ਅੱਜ ਅਸੀਂ ਸਾਰੇ ਮੇਰੇ ਨਾਲ ਸਤਿਕਾਰਯੋਗ ਕੁਛ ਅੱਛੇ ਕੁਲੀਗਸ ਨਵਤੇਜ ਸਿੰਘ ਜੀ ਚੀਮਾ ਐਕਸ MLA ਔਰ ਦਰਸ਼ਨ ਸਿੰਘ ਜੀ ਢਿਲਵਾਂ ਜਿਹੜੇ ਕੈਂਡੀਡੇਟ ਸੀਗੇ ਜੈਤੋ ਤੋਂ, ਭੁਪਿੰਦਰ ਸਿੰਘ ਸਾਹੋਕੇ ਜੀ ਜਿਹੜੇ ਕੈਂਡੀਡੇਟ ਸੀ ਨਿਹਾਲ ਸਿੰਘ ਵਾਲੇ ਤੋਂ, ਮੇਰੇ ਬਹੁਤ ਸਤਿਕਾਰਯੋਗ ਸਰਦਾਰ ਜਗਦੇਵ ਸਿੰਘ ਜੀ ਕਮਾਲੂ ਐਕਸ MLA ਮੌੜ, ਅਸੀਂ ਆਪਣੇ ਛੋਟੇ ਭਰਾ ਨਾਲ ਹਮਦਰਦੀ ਅਤੇ ਸਪੋਰਟ ਜ਼ਾਹਰ ਕਰਨ ਆਏ ਹਾਂ। ਇਹ 86ਵੇਂ ਦਿਨ 'ਚ ਇੱਥੇ ਧਰਨੇ ਤੇ ਬੈਠਾ ਸੁਖਰਾਜ ਸਿੰਘ, ਇਹਨਾਂ ਦੇ ਪਿਤਾ ਜੀ ਸਤਿਕਾਰਯੋਗ ਕ੍ਰਿਸ਼ਨ ਭਗਵਾਨ ਸਿੰਘ ਜੀ ਇਸੇ ਗੇਟ ਤੇ ਇੱਥੇ ਧਰਨੇ ਤੇ ਬਾਈਬਲ ਕਲਾਂ ਜਿੱਥੇ ਬੈਠੇ ਅਸੀਂ ਉਹਨਾਂ ਦਾ ਕਤਲ ਕੀਤਾ ਗਿਆ ਸੀਗਾ ਦਿਨ ਦਿਹਾੜੇ। ਨਾਲ ਗੁਰਜੀਤ ਸਿੰਘ ਬਿੱਟੂ ਦਾ, 2 ਆਦਮੀਆਂ ਦਾ, ਨਿਰਦੋਸ਼ ਵਿਅਕਤੀਆਂ ਦਾ, ਸਿਰਫ ਇਨਸਾਫ ਮੰਗਣ ਦੇ ਵਾਸਤੇ ਉਹਨਾਂ ਦੋਨਾਂ ਵਿਅਕਤੀਆਂ ਦਾ ਜਿਹੜਾ ਕਤਲ ਹੋਇਆ। ਬਦਕਿਸਮਤੀ ਨਾਲ ਕਹਿਣਾ ਪੈਂਦਾ ਕਿ ਅੱਜ ਵੀ ਗੁਨਾਹਗਾਰ ਬਾਹਰ ਫਿਰਦੇ ਨੇ ਔਰ ਇਹ ਬ੍ਰੌਡ ਡੇ ਲਾਈਟ ਮਰਡਰ ਸੀਗਾ। ਬ੍ਰੌਡ ਡੇ ਲਾਈਟ ਕਿ ਉਹ ਆਦਮੀ ਸ਼ਬਦ ਕੀਰਤਨ ਕਰ ਰਹੇ ਨੇ, ਪਾਠ ਕਰ ਰਹੇ ਨੇ, ਪੁੰਜੇ ਬੈਠੇ ਹੋਏ ਨੇ ਔਰ ਪੁਲਿਸ ਵਾਲੇ ਆਣ ਕੇ ਜਦੋਂ ਉਹਨਾਂ ਨੂੰ ਫਾਇਰ ਕਰਦੇ ਨੇ, ਜਿਹੜਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਹੈ, ਦੇ ਆਰ ਪੁਆਇੰਟਿੰਗ ਦ ਗਨਸ ਡਾਊਨਵਰਡ, ਜਿਹੜੀਆਂ ਬੁਲਟ ਇੰਜਰੀਜ਼ ਆਈਆਂ, ਇਟ ਸ਼ੋਜ਼ ਦੈਟ ਦੇ ਵਰ ਸਕੌਟਿੰਗ ਔਨ ਦ ਗਰਾਊਂਡ, ਥੱਲੇ ਬੈਠਿਆਂ ਨੂੰ ਨਿਹੱਥੇ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰਤਾ। ਔਰ ਅੱਜ ਵੀ ਇਹਦੀ ਜਿਹੜਾ ਬਾਈਬਲ ਕਲਾਂ ਦੇ ਕਤਲ ਦਾ ਮੁੱਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਅੱਜ ਵੀ ਜਿਉਂ ਦਾ ਤਿਉਂ 2015 ਦਾ ਇਹ ਵਾਕਿਆਤ ਹੈ। 14 ਅਕਤੂਬਰ 2015 ਆਪਾਂ 22 ਦੇ ਵਿੱਚ ਪਹੁੰਚ ਗਏ ਹਾਂ। 7 ਸਾਲ ਉਸ ਸੂਬੇ 'ਚ, ਜਿਹੜੇ ਸੂਬੇ 'ਚ ਗੁਰੂਆਂ ਦਾ, ਪੀਰਾਂ ਪੈਗੰਬਰਾਂ ਦਾ, ਸਾਡੇ ਛੋਟੇ ਛੋਟੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਿਆ ਹੋਇਆ, ਉਸ ਸੂਬੇ ਵਿੱਚ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਡਾ ਸੋਰਸ ਆਫ ਸਟਰੈਂਥ ਹੈ, ਜਿਹੜਾ ਮਾਨਵਤਾ ਦਾ ਇੱਕ ਨਿਚੋੜ ਆ, ਉਸ ਗੁਰੂ ਗ੍ਰੰਥ ਸਾਹਿਬ ਦੀ ਬੇਇਨਸਾਫੀ ਤੇ ਬੇਅਦਬੀਆਂ ਦਾ ਇਨਸਾਫ ਅੱਜ ਤੱਕ ਨਹੀਂ ਹੋਇਆ। ਅਸੀਂ ਕਿਸ ਇਨਸਾਫ ਦੀ ਗੱਲ ਕਰਾਂਗੇ ਜ਼ਿੰਦਗੀ ਦੇ ਵਿੱਚ? ਅਦਾਲਤੀ ਇਨਸਾਫ ਦੀ ਗੱਲ ਕਰਾਂਗੇ? ਅਸੀਂ ਕਦੀ ਉਮੀਦ ਰੱਖ ਸਕਦੇ ਹਾਂ ਕਿ ਜਿਸ ਦੇਸ਼ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ, ਜਾਂ ਬਾਈਬਲ ਕਲਾਂ ਦੇ ਵਿੱਚ ਮਾਰੇ ਗਏ 2 ਆਦਮੀਆਂ ਦਾ, ਨਿਰਦੋਸ਼ ਵਿਅਕਤੀਆਂ ਦੇ ਕਤਲ ਦੇ ਹਥਿਆਰਾਂ ਨੂੰ ਫੜਿਆ ਨਹੀਂ ਗਿਆ, ਅਸੀਂ ਕਿਸ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ? ਕਿਹੜੇ ਕੋਰਟਸ ਦੀ ਗੱਲ ਕਰਾਂਗੇ? ਕਿੱਥੇ ਗੱਲ ਕਰਾਂਗੇ? ਇੱਕ ਤਾਂ ਪਹਿਲਾਂ ਇਸ ਗੱਲ ਦਾ ਦੁੱਖ ਹੈ, ਅਫਸੋਸ ਹੈ ਕਿ ਸਾਡੀ ਸਰਕਾਰ ਰਹੀ 5 ਸਾਲ, ਅਨਫੋਰਚੂਨੇਟਲੀ ਦੇ ਕੁਡ ਨਾਟ ਡਿਲੀਵਰ ਜਸਟਿਸ। ਮੈਂ ਹੁਣ ਕਿਸੇ ਇਹਦੇ ਤੋਂ ਜ਼ਿਆਦਾ ਕਿਸੇ ਬਲੇਮ ਗੇਮ 'ਚ ਨਹੀਂ ਪੈਣਾ ਚਾਹੁੰਦਾ, ਪਰ ਹੁਣ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਅੱਜ ਇੱਥੇ ਆਉਣ ਦਾ ਮਕਸਦ ਸਿਰਫ ਇੰਨਾ, ਜਸਟ ਟੂ ਰਿਮਾਈਂਡ ਦ ਨਿਊਲੀ ਫਾਰਮਡ ਗਵਰਨਮੈਂਟ। ਭਗਵੰਤ ਮਾਨ ਮੇਰਾ ਅਜ਼ੀਜ਼ ਦੋਸਤ ਹੈ, ਮਿੱਤਰ ਰਹੇ ਅਸੀਂ, ਚਲੋ ਜ਼ਿੰਦਗੀ 'ਚ ਕੰਮ ਕਰਦੇ ਕਈ ਵਾਰੀ ਤਕਰਾਰ ਵੀ ਹੁੰਦਾ, ਅਲਫਾਜ਼ ਵੀ ਇੱਧਰ ਉੱਧਰ ਹੁੰਦੇ ਨੇ, ਪਰ ਮੈਨੂੰ ਉਹਨਾਂ ਤੋਂ ਮੈਂ ਮੰਗ ਕਰਨ ਆਇਆ ਕਿ ਤੁਸੀਂ ਲੋਕਾਂ ਦੇ ਨਾਲ ਜਿਹੜੀਆਂ ਗੱਲਾਂ ਦੂਜੀਆਂ ਸਰਕਾਰਾਂ ਨਹੀਂ ਕਰ ਸਕੀਆਂ, ਉਹ ਸਾਨੂੰ ਉਮੀਦ ਹੈ ਕਿ ਤੁਸੀਂ ਪੂਰੀ ਕਰੋਗੇ। ਤੁਸੀਂ ਪੂਰੀ ਕਰੋਗੇ, ਅਸੀਂ ਤੁਹਾਡੀ ਸਪੋਰਟ ਕਰਾਂਗੇ, ਤੁਹਾਡੇ ਹਰ ਅੱਛੇ ਕੰਮ ਦੀ, ਇਕੱਲੇ ਉਹਦੀ ਨਹੀਂ। ਜੇ ਤੁਸੀਂ ਕੋਈ ਵੀ ਅੱਛਾ ਕੰਮ, ਵੈਦਰ ਇਟਸ ਰਿਲੇਟਡ ਟੂ ਐਜੂਕੇਸ਼ਨ, ਹੈਲਥ ਕੇਅਰ ਔਰ ਟੂ ਦੀ ਰਾਈਟਸ ਆਫ ਪੰਜਾਬ, ਜਿੱਥੇ ਵੀ ਤੁਸੀਂ ਅੱਛਾ ਕੰਮ ਕਰੋਗੇ, ਅੱਛਾ ਕੰਮ ਤੁਹਾਨੂੰ ਮੁਬਾਰਕਬਾਦ ਦਿਆਂਗੇ, ਸਪੋਰਟ ਕਰਾਂਗੇ, ਬਿਕੋਜ਼ ਵੀ ਆਰ ਨਾਟ ਗੋਇੰਗ ਟੂ ਇੰਡਲਜ ਇਨ ਅਨਫੇਅਰ ਕ੍ਰਿਟਿਸਿਜ਼ਮ, ਇਟ ਇਜ਼ ਗੋਇੰਗ ਟੂ ਬੀ ਕੰਸਟਰਕਟਿਵ ਕ੍ਰਿਟਿਸਿਜ਼ਮ। ਔਰ ਮੈਨੂੰ ਪਤਾ ਹੈ ਸਰਕਾਰ ਬਣੀ ਆ ਕਿ ਅੱਜ ਕੱਲ੍ਹ ਪਰਸੋਂ 3 4 5 ਦਿਨ 'ਚ ਇਹ ਕੰਮ ਮਸਲੇ ਹੱਲ ਨਹੀਂ ਹੋਣੇ। ਅਸੀਂ ਇਸ ਬੇਅਦਬੀਆਂ ਦੇ ਮਸਲੇ ਤੇ 6 ਮਹੀਨੇ ਦਾ ਟਾਈਮ ਬੜੇ ਈਜ਼ੀਲੀ ਅਸੀਂ ਚਾਹੁੰਦੇ ਹਾਂ ਕਿ 6 ਮਹੀਨਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਅਸਲ ਦੋਸ਼ੀ, ਜਿਨ੍ਹਾਂ ਲੋਕਾਂ ਨੇ ਉਸ ਗ੍ਰੰਥ ਨੂੰ ਦਾ ਅਪਮਾਨ ਕੀਤਾ, ਪੈਰਾਂ ਥੱਲੇ ਰੋਲਿਆ, ਪਾੜਿਆ ਤੇ ਲੋਕਾਂ ਦੇ ਜਜ਼ਬਾਤਾਂ ਦੀਆਂ ਧੱਜੀਆਂ ਉਡਾਈਆਂ, ਚਾਹੇ ਉਹ ਕੋਈ ਆ, ਚਾਹੇ ਉਹ ਬਾਦਲਾਂ ਦਾ ਪਰਿਵਾਰ ਆ, ਕੋਈ ਵੱਡੇ ਨੇ, ਛੋਟੇ ਨੇ, ਕੋਈ ਡੇਰਾ ਵਾ, ਕੋਈ ਸਾਧ ਆ, ਆਈ ਡੋਂਟ ਨੋ, ਸਾਹਮਣੇ ਆ ਚੁੱਕਾ ਹੈ, ਪਰ ਉਹ ਸਾਰੇ ਜਿਹੜੇ ਨਾਮ ਨੇ ਲੋਕਾਂ ਦੇ, ਉਹਨਾਂ ਨੂੰ they should be arrested without any further delay and they should be given exemplary punishment। ਇੱਕ ਤਾਂ ਹੁੰਦਾ ਨਾ ਕਿ ਪਰਚਾ ਬਣਾਇਆ, ਜ਼ਮਾਨਤ ਹੋਈ, ਬਾਹਰ ਹੋ ਗਏ, ਐਗਜ਼ੈਂਪਲਰੀ, ਤਾਂ ਕਿ ਆਉਣ ਵਾਲੀਆਂ ਨਸਲਾਂ 'ਚ ਇਹ ਗੱਲ ਜਾਵੇ ਕਿ ਇੱਦਾਂ ਕਿਸੇ ਵੀ ਗ੍ਰੰਥ ਦਾ, ਨਾਟ ਓਨਲੀ ਗੁਰੂ ਗ੍ਰੰਥ ਸਾਹਿਬ, ਬਾਈਬਲ, ਗੀਤਾ, ਕੁਰਾਨ, ਇਹ ਸਾਡੇ ਸਾਰੇ ਧਰਮ ਸਤਿਕਾਰਯੋਗ ਨੇ, ਉਹਨਾਂ ਦਾ ਕੋਈ ਮੁੜ ਕੇ ਅਪਮਾਨ ਜ਼ਿੰਦਗੀ 'ਚ ਸੋਚੇ ਵੀ ਨਾ ਕਰੇ। ਇਸ ਤਰ੍ਹਾਂ ਦੀ ਪਨਿਸ਼ਮੈਂਟ ਹੋਣੀ ਚਾਹੀਦੀ। ਤੇ ਬਾਈਬਲ ਦੇ ਕਤਲਾਂ ਦੀ ਜਿਹੜੇ ਲੋਕ ਨਾਮਜ਼ਦ ਨੇ, ਉਹਨਾਂ ਨੂੰ ਦੇ ਸ਼ੁੱਡ ਬੀ ਅਰੈਸਟਡ। ਔਰ ਮੈਨੂੰ ਬੜਾ ਦੁੱਖ ਹੈ ਜੁਡੀਸ਼ਰੀ 'ਤੇ ਕਿ ਬੜਾ ਅਫਸੋਸ ਹੈ ਕਿ ਬਲੈਂਕਟ ਬੇਲਸ ਮਿਲ ਰਹੀਆਂ ਨੇ ਲੋਕਾਂ ਨੂੰ, ਪੀਪਲ ਹੂ ਆਰ ਕਿਲਰਸ, ਜਿਨ੍ਹਾਂ ਲੋਕਾਂ ਨੇ ਪਿਛਲੇ ਕਈ ਸਾਲਾਂ ਤੋਂ ਲੋਕਾਂ ਦੇ ਨਾਲ 3rd ਡਿਗਰੀ ਟੌਰਚਰ ਕਰਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਬੰਦਿਆਂ ਨੂੰ ਮਾਰਿਆ, they have been they're scotting free, getting blanket bails, unfortunately। ਇਸ ਲਈ ਮੈਂ
ਮੰਗ ਆ ਸਾਡੀ ਅੱਜ ਇੱਥੇ ਬੈਠਣ ਤੇ ਕਿ ਜਿਹੜੇ ਵੀ ਲੋਕ ਦੋਸ਼ੀ ਨੇ ਸੁਖਰਾਜ ਹੁਣੀ ਬੋਲਣਗੇ, ਮੈਂ ਇਹਨਾਂ ਦੀ ਸਪੋਰਟ ਕਰਦਾ। ਜਿਹੜੇ ਲੋਕ ਨਾਮਜ਼ਦ ਨੇ ਦੇ ਸ਼ੁੱਡ ਬੀ ਅਰੈਸਟਡ, ਇਫ ਨੀਡ ਬੀ ਦੇ ਸ਼ੁੱਡ ਬੀ ਰੀਅਰੈਸਟਡ ਔਰ ਜਿਹੜਾ ਆਮ ਆਦਮੀ ਪਾਰਟੀ ਤੋਂ ਮੈਂ ਮੰਗ ਕਰਨ ਲੱਗਿਆ ਕਿ ਤੁਸੀਂ ਕਹਿੰਦੇ ਸੀਗੇ ਕਿ ਅਕਾਲੀ ਦਲ ਤੇ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਇਸ ਮਸਲੇ ਦੇ ਉੱਤੇ ਰਲੇ ਹੋਏ, ਹੋ ਸਕਦਾ ਰਲੇ ਵੀ ਹੁੰਦੇ। ਤੁਹਾਡੀਆਂ ਗੱਲਾਂ ਨੂੰ ਸੱਚ ਮੰਨ ਕੇ ਲੋਕਾਂ ਨੇ ਤੁਹਾਨੂੰ ਐਡਾ ਵੱਡਾ ਮੈਂਡੇਟ ਦਿੱਤਾ। ਤੁਹਾਡੇ ਤੋਂ ਮੰਗ ਅਸੀਂ ਕਰਦੇ ਆ ਕਿ ਤੁਸੀਂ, ਤੁਹਾਡੇ ਆਫਸਰ ਨੇ ਮੋਸਟਲੀ ਤਹਿਕੀਕਾਤ ਕੀਤੀ ਆ, ਜਿਹੜਾ SIT ਬਣੀ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ, ਐਂਡ ਲੱਕੀਲੀ ਔਰ ਵਟਐਵਰ ਕੁੰਵਰ ਵਿਜੇ ਪ੍ਰਤਾਪ ਸਿੰਘ ਹੈਜ਼ ਗੋਟ ਇਲੈਕਟਡ ਐਂਡ ਆਈ ਬਿਲੀਵ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੇ ਕਿ ਉਹਨੂੰ ਕੋਈ ਪੋਜੀਸ਼ਨ ਵੀ ਦੇਣਗੇ ਜੇ ਕੋਈ ਮਿਨਿਸਟਰ ਬਣਾਉਂਦੇ ਨੇ ਤਾਂ ਜਿਹੜੀ ਉਹ ਇਨਵੈਸਟੀਗੇਸ਼ਨ ਉਹਨਾਂ ਨੇ ਕੀਤੀ, ਜਿਹੜੀ ਉਹ ਕਹਿੰਦੇ ਸੀ ਕਿ ਮੇਰੇ ਹੱਥ ਬੰਨੇ ਹੋਏ ਸੀਗੇ, ਮੈਨੂੰ ਕਰਨ ਨਹੀਂ ਸੀ ਦਿੱਤੀ ਜਾ ਰਹੀ, ਉਹਨਾਂ ਦੇ ਹੱਥ ਖੁੱਲ੍ਹੇ ਹੋਏ ਨੇ ਹੁਣ ਐਂਡ ਉਹਨਾਂ ਨੂੰ ਪੂਰੀ ਲੌਜੀਕਲ ਪੁਆਇੰਟ ਤੱਕ ਇਹ ਸਾਰੀ ਮੁਕੰਮਲ ਇਨਵੈਸਟੀਗੇਸ਼ਨ ਕਰਕੇ ਵਿਦਆਊਟ ਐਨੀ ਲਾਸ ਆਫ ਟਾਈਮ ਇਸ ਦਾ ਨਤੀਜਾ ਕੱਢਣਾ ਚਾਹੀਦਾ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਹੁਤ ਕੁਝ ਦੱਸ ਗਈ ਆ, ਬਹੁਤ ਕੁਝ ਆ ਗਿਆ ਪਬਲਿਕ ਡੋਮੇਨ 'ਚ, ਉਹ ਪਬਲਿਕ ਡਾਕੂਮੈਂਟ ਆ। ਉਹਦੇ ਬੇਸਿਸ ਦੇ ਉੱਤੇ ਉਹ ਸਾਰੇ ਗੁਨਾਹਗਾਰਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਔਰ ਸਾਨੂੰ ਉਮੀਦ ਆ ਕਿ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੇ ਇੱਕ ਬਹੁਤ ਵੱਡੇ ਪ੍ਰੋਮਿਸਿਸ, ਦੇਖੋ ਐਜੂਕੇਸ਼ਨ ਹੈਲਥ ਕੇਅਰ ਵਿਲ ਟੇਕ ਟਾਈਮ, ਇੰਪਲੋਇਮੈਂਟ ਜਨਰੇਟ ਕਰਨੀ ਇਟ ਵਿਲ ਟੇਕ ਟਾਈਮ, ਲੇਕਿਨ ਕੁਝ ਗੱਲਾਂ ਇੱਦਾਂ ਦੀਆਂ ਜਿਹੜੀਆਂ ਬਹੁਤ ਜਲਦੀ ਕੀਤੀਆਂ ਜਾ ਸਕਣ। ਉਹਨਾਂ ਵਿੱਚੋਂ ਸਭ ਤੋਂ ਟੌਪ ਪ੍ਰਾਇੋਰਿਟੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਤੇ ਬਹਿਬਲ ਕਲਾਂ ਦੇ ਕਤਲ ਨੇ। ਆਫ ਕੋਰਸ ਗੁੱਡ ਗਵਰਨੈਂਸ ਡਜ਼ ਨਾਟ ਨੀਡ ਮਚ ਟਾਈਮ, ਕਰਪਸ਼ਨ ਫ੍ਰੀ ਗਵਰਨਮੈਂਟ ਦੇਣਾ ਕਾਫੀ ਸਟਰੋਂਗ ਮੈਸੇਜ ਦਿੱਤਾ ਜਾ ਸਕਦਾ ਅਗਰ ਚੀਫ ਮਿਨਿਸਟਰ ਚਾਹਵੇ ਐਂਡ ਇਫ ਹੀ ਗਿਵਸ ਅ ਵੈਰੀ ਸਟਰਨ ਮੈਸੇਜ ਕਿ ਅੱਜ ਤੋਂ ਬਾਅਦ ਖਬਰਦਾਰ ਜੇ ਕਿਸੇ ਨੇ ਪੈਸਾ ਲਿਆ ਤੇ ਮੈਂ ਸਮਝਦਾ ਕੋਈ ਚੋਰੀ ਛਿਪੇ ਤਾਂ ਮਾੜਾ ਮੋਟਾ ਕੋਈ ਲੁੱਕ ਕੇ ਕਰ ਸਕਦਾ, ਓਵਰ ਦ ਟੇਬਲ ਕੋਈ ਕਰਪਸ਼ਨ ਨਹੀਂ ਕਰੇਗਾ। ਇੱਕ ਸਾਰੇ EMPLOYEES ਨੂੰ ਹਦਾਇਤਾਂ ਇਹ ਕਰ ਸਕਦੇ ਨੇ ਅਗਰ ਚਾਹਣ ਕਿ ਦੇ ਸ਼ੁੱਡ ਬੀ ਪ੍ਰੈਜ਼ੈਂਟ ਇਨ ਦੇਅਰ ਆਫਿਸਿਸ ਫਰੋਮ 9 to 5 ਸ਼ਾਰਪ, ਬਾਇਓਮੈਟ੍ਰਿਕਸ ਲਾ ਦੇਣ, ਹਾਜ਼ਰੀ ਰਜਿਸਟਰ, ਐਨੀਬਡੀ ਹੈਜ਼ ਟੂ ਗੋ ਆਊਟ, ਦੇ ਸ਼ੁੱਡ ਗਿਵ ਅ ਵੈਲਿਡ ਰੀਜ਼ਨ ਕਿ ਕਿੱਥੇ ਚੱਲੇ ਨੇ। ਲੋਕੀ ਆਉਂਦੇ ਨੇ ਧੱਕੇ ਖਾਂਦੇ ਸਰਕਾਰੀ ਦਫ਼ਤਰਾਂ 'ਚ, ਬਾਹਰ ਖੜੇ ਰਹਿੰਦੇ ਨੇ ਕਈ ਘੰਟੇ ਧੁੱਪ 'ਚ ਕੜਕਦੀ ਠੰਡ ਵਿੱਚ ਆ ਕੇ, ਕੀ ਅਫਸਰ ਮੀਟਿੰਗਾਂ ਕਰ ਰਹੇ ਨੇ ਜੀ, ਭਾਵੇਂ ਅੰਦਰ ਬੈਠੇ ਦਾਰੂ ਪੀਂਦੇ ਹੋਣ। ਦੇ ਹੈਵ ਟੂ ਬ੍ਰਿੰਗ ਐਬਸੋਲੂਟ ਟਰਾਂਸਪੇਰੈਂਸੀ, ਐਬਸੋਲੂਟ ਅਕਾਊਂਟੇਬਿਲਿਟੀ ਤਾਂ ਕਿ ਪੰਜਾਬ ਸਾਡਾ ਜਿਹੜਾ ਦੁਬਾਰਾ ਲੀਹ ਦੇ ਉੱਤੇ ਲਿਆ ਸਕੀਏ। ਔਰ ਜਿਹੜੇ ਇਸ਼ੂਜ਼ ਮਾਫੀਆ ਨੂੰ ਕੰਟਰੋਲ ਕਰਨ ਦੀਆਂ ਗੱਲਾਂ ਸੀ, ਅਸੀਂ ਉਹ ਵੀ ਐਕਸਪੈਕਟ ਕਰਦੇ ਕਿ ਜਿਹੜਾ ਉਹ ਕਹਿੰਦੇ ਸੀ ਕਿ ਮਾਫੀਆ ਵੱਲ ਨੂੰ ਖਜ਼ਾਨੇ ਦਾ ਮੂੰਹ ਆ, ਉਹ ਅਸੀਂ ਬਦਲ ਕੇ ਤੇ ਲੋਕਾਂ ਦਾ ਪੈਸਾ ਜਿਹੜਾ ਉਹ ਖਜ਼ਾਨੇ ਵੱਲ ਨੂੰ ਅਸੀਂ ਲਾਵਾਂਗੇ। ਅਸੀਂ ਉਮੀਦ ਕਰਦੇ ਕਿ they will try to rein in the different kind of mafia also and drugs ਬਹੁਤ ਇੰਪੋਰਟੈਂਟ ਇਸ਼ੂ ਆ ਕਿਉਂਕਿ ਡਰੱਗਸ ਦੇ ਨਾਲ ਬਹੁਤ ਤਬਾਹੀ ਮਚ ਰਹੀ ਆ। ਅੱਜ ਵੀ ਡਰੱਗਸ ਬਹੁਤ ਰੈਂਪੈਂਟ ਨੇ। ਮੈਂ ਪਟਿਆਲੇ ਜੇਲ੍ਹ ਵਿੱਚ ਐਕਸਪੀਰੀਅੰਸ ਕੀਤਾ ਵਾ ਕਿ 2100 ਆਦਮੀ ਸੀਗਾ, ਘੱਟੋ ਘੱਟ 50% NDPS ਦੇ ਕੈਦੀ ਨੇ ਅੰਦਰ, 50%, ਬਟ ਦੇ ਆਰ ਆਲ ਪੈਟੀ ਕੰਜ਼ਿਊਮਰਸ, ਪੈਟੀ ਥੀਵਸ ਜਾਂ ਪੈਟੀ ਜਿਹੜੇ ਵਿਚਾਰੇ ਜਿਹੜੇ ਮਜਬੂਰੀ 'ਚ ਲੱਗ ਚੁੱਕੇ ਨੇ ਡਰੱਗਸ ਦੇ ਉੱਤੇ। ਔਰ ਤੁਸੀਂ ਹੈਰਾਨ ਹੋਵੋਗੇ ਕਿ ਜੇਲ੍ਹ ਦੇ ਅੰਦਰ ਜਿਹੜੀ ਦਵਾਈ ਦਿੱਤੀ ਜਾ ਰਹੀ ਡੀ ਐਡਿਕਸ਼ਨ, ਦੈਟ ਇਜ਼ ਫਰਦਰ ਐਡਿਕਸ਼ਨ ਐਕਚੁਅਲੀ, ਆਈ ਐਮ ਫੋਰਗੇਟਿੰਗ ਦ ਨੇਮ ਆਫ ਦ ਟੈਬਲੇਟ, ਇਟਸ ਕਾਲਡ ਓਟ ਔਰ ਸਮਥਿੰਗ। ਉਹ ਜੇਲ੍ਹ ਵਿੱਚ ਡਾਕਟਰ ਅਗਰ ਕਿਸੇ ਡਰੱਗ ਵਾਲੇ ਨੂੰ ਕਰ ਦਿੰਦਾ ਵਾ, ਓਕੇ ਕਰ ਦਿੰਦਾ, ਉਹਨੂੰ ਮਿਲਣੀ ਸ਼ੁਰੂ ਹੋ ਜਾਂਦੀ ਹੈ। ਉਸ ਟੈਬਲੇਟ ਦੀ ਜੇਲ੍ਹ ਵਿੱਚ 300 ਰੁਪਈਆ ਕੀਮਤ ਆ। ਉਹ ਟੈਬਲੇਟ ਦੁਬਾਰਾ ਉਹ ਜੇਲ੍ਹ ਦੇ ਵਿੱਚ ਹੀ ਹੈਂਡ ਟੂ ਹੈਂਡ ਵਿਕ ਜਾਂਦੀ ਆ। ਔਰ ਉਹ ਜਿਹੜਾ ਟੈਬਲੇਟ ਮੈਂ ਪੁੱਛਿਆ, ਪਤਾ ਕਰਾਇਆ, ਉਹ ਕਹਿੰਦੇ ਜੀ 36 ਘੰਟੇ ਨਸ਼ਾ ਰਹਿੰਦਾ ਵਾ। ਕਾਹਦੀ ਡੀ ਐਡਿਕਸ਼ਨ ਹੈ ਜੇ 36 ਘੰਟੇ ਇੱਕ ਨਸ਼ਾ ਛਡਾਉਣ ਵਾਸਤੇ ਇੱਕ ਹੋਰ ਨਸ਼ੇ ਦੀ ਆਪਾਂ ਗੋਲੀ ਦੇ ਰਹੇ ਹਾਂ। ਸੋ ਦੇਰ ਇਜ਼ ਗੋਟ ਟੂ ਬੀ ਅ ਵੇ ਆਊਟ ਜਿਹਦੇ ਨਾਲ ਸਾਡੀ ਡਰੱਗਸ ਦਾ ਮੈਲਿਸ ਔਰ ਜਿਹੜੇ ਵੱਡੇ ਸੋਰਸ ਨੇ ਡਰੱਗਸ ਦੇ, ਦੇ ਨੀਡ ਟੂ ਬੀ ਬ੍ਰੌਟ ਟੂ ਦ ਬੁੱਕ, ਦੇ ਨੀਡ ਟੂ ਬੀ ਪਨਿਸ਼ਡ ਬਿਕੋਜ਼ ਇਹ ਸਾਰੇ ਵਿਚਾਰੇ ਜਿਹੜੇ ਨੇ ਇਹ ਤਾਂ ਸਾਰੇ ਉਹ ਨੇ ਜਿਹੜੇ ਐਡਿਕਟਸ ਹੋ ਚੁੱਕੇ ਨੇ, ਜਿਹੜੇ ਆਦੀ ਹੋ ਚੁੱਕੇ ਨੇ। ਉਹ ਜੇ ਮੈਂ ਕਹੂੰਗਾ 50% ਜੇ 1000 ਬੰਦਾ ਡਰੱਗਸ ਵਿੱਚ ਅੰਦਰ ਆ ਤੇ 999 ਜਿਹੜੇ ਇੱਦਾਂ ਦੇ ਨੇ। ਕੋਈ ਬੰਦਾ ਜਿਹੜਾ ਕੋਈ ਵੱਡਾ ਤਾਕਤਵਰ ਹੈ ਉਹ ਬਹੁਤ ਹਲੇ ਘੱਟ ਕਾਬੂ ਕੀਤੇ ਨੇ ਔਰ ਸੋਰਸ ਖਤਮ ਹੋਣਾ ਚਾਹੀਦਾ ਡਰੱਗਸ। ਬਟ ਕਮਿੰਗ ਬੈਕ ਟੂ ਦ ਪੁਆਇੰਟ, ਟੁਡੇ ਸਾਡੀ ਵਿਜ਼ਿਟ ਕਰਨ ਦਾ ਮਕਸਦ ਸਿਰਫ ਤੇ ਸਿਰਫ ਇਸ ਇਸ਼ੂ ਨੂੰ ਪਬਲਿਕ ਡੋਮੇਨ ਵਿੱਚ ਦੁਬਾਰਾ ਲਿਆਉਣਾ ਵਾ ਔਰ ਗਵਰਨਮੈਂਟ ਤੋਂ ਅਸੀਂ ਐਕਸਪੈਕਟ ਕਰਾਂਗੇ ਦੇ ਵਿਲ ਮੇਕ ਅ ਫੇਅਰ ਸਟੇਟਮੈਂਟ ਔਨ ਦਿਸ ਬਰਨਿੰਗ ਇਸ਼ੂ ਆਫ ਫੇਸਿੰਗ ਦ ਸਟੇਟ। ਖਹਿਰਾ ਸਾਹਿਬ, ਤੁਹਾਡੀ ਸਰਕਾਰ ਰਹੀ ਹੈ, ਉਦੋਂ ਕੋਈ ਸਟੈਪ ਨਹੀਂ ਚੁੱਕਿਆ ਕਿ ਦੂਜੀ ਸਰਕਾਰ ਆ ਗਈ, ਹੁਣ ਤੁਸੀਂ ਮੰਗ ਕਰ ਰਹੇ ਹੋ, ਅੱਜ ਤੁਸੀਂ ਆਏ ਹੋ। ਇਸ ਤੋਂ ਪਹਿਲੇ ਕਾਫੀ ਟਾਈਮ ਤੋਂ ਬੈਠੇ ਨੇ ਤੁਸੀਂ ਨੇ, ਹਾਲਾਂਕਿ ਤੁਸੀਂ ਪਹਿਲੇ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ, ਬਹੁਤ ਵੱਡਾ ਜੰਗ ਲੜੀ ਹੈ ਇਸ ਮੁੱਦੇ ਨੂੰ ਲੈ ਕੇ। ਹੁਣ ਸਰਕਾਰ ਚੇਂਜ, ਹੁਣ ਤੁਸੀਂ ਆ ਕੇ ਮੰਗ ਕਰ ਰਹੇ ਹੋ, ਥੋੜੀ ਜਿਹੀ ਗਵਰਨਮੈਂਟ ਵੀ ਉਦੋਂ ਤੁਸੀਂ ਕੋਈ ਸਟੈਪ ਚੱਕੇ? ਮੈਨੂੰ ਗਵਰਨਮੈਂਟ ਦੇ ਵਿੱਚ ਆਉਣ ਦਾ ਨਾ, ਤੁਹਾਨੂੰ ਤੁਸੀਂ ਅੱਛੀ ਤਰ੍ਹਾਂ ਸਾਰੇ ਸਹਿਮਤੀ ਨਾਲ ਜਤਾਓਗੇ ਕਿ ਬਹੁਤ ਥੋੜਾ ਸਮਾਂ ਮਿਲਿਆ। ਉਹਦੇ 'ਚੋਂ 2.5 ਮਹੀਨੇ 78 ਦਿਨ ਤਾਂ ਮੈਂ ਜੇਲ੍ਹ 'ਚ ਰਿਹਾ ਯਾਰ। ਨੋਟ ਦੈਟ ਮੇਰਾ ਸੁਖਰਾਜ ਹੋਣਾ ਨਾਲ ਕੌਨਸਟੈਂਟ ਇਨ ਟੱਚ ਰਹਿੰਦਾ ਸੀਗਾ, ਵਿੱਚ ਦੀ ਹੁਣ ਇਲੈਕਸ਼ਨਸ ਆ ਗਈਆਂ
देयरफॉर आई कुड नॉट कम। कोई गल नहीं जे सरकार भी साडी बनी है, आम आदमी पार्टी को साडे तो बाहर दे बंदे नहीं है, कोई पाकिस्तान तो आण के सरकार नहीं बनाई। साडा अधिकार है, असीं उन्होंने मंग इंसाफ मंग सकते हैं। इस करके जे पहलां भी लड़ाई लड़ी है उसनूं बरकरार रखांगे और उम्मीद करते हैं कि सरकार फेयर जस्टिस देगी। ਇਹ ਖਹਿਰਾ ਸਾਹਿਬ ਜਿਹੜੀਆਂ ਨਸੀਹਤਾਂ ਦੇ ਰਹੇ ਹੋ ਨਾ ਭਗਵੰਤ ਮਾਨ ਨੂੰ ਜਾਂ ਆਮ ਆਦਮੀ ਪਾਰਟੀ ਨੂੰ, ਤੁਸੀਂ ਜੋ ਸੱਤਾ 'ਚ ਸੀ ਉਦੋਂ ਤਾਂ ਵੀ ਇਹੀ ਕੁਝ ਸੀ। ਭਾਈਜਾਨ ਮੈਂ ਸੱਤਾ 'ਚ ਕਿੱਥੇ ਸੀ ਦੱਸੋ ਨਾ। ਤੁਹਾਡੀ ਸੱਤਾ ਰਹੀ ਹੈ? ਨਹੀਂ, ਕੈਪਟਨ I let's be fair, I rejoined Congress in June 2021। ਉਹਦੇ ਤੋਂ ਬਾਅਦ 78 ਦਿਨ ਜਿਹੜਾ ਮੇਰੇ ਤੇ ਈਡੀ ਨੇ ਝੂਠਾ ਕੇਸ ਬਣਾਇਆ ਤੇ ਮੈਂ ਤਾਂ ਆਪਣੇ ਆਪ ਨੂੰ ਫੇਅਰਲੀ ਐਸਟੈਬਲਿਸ਼ ਕੀਤਾ, ਫਿਰ ਉਤੋਂ ਇਲੈਕਸ਼ਨ ਵੀ ਲੜਨੀ ਸੀ। ਅੰਡਰਸਟੈਂਡ ਮਾਈ ਪੋਜੀਸ਼ਨ। ਖੈਰ ਸਾਹਿਬ ਤੁਸੀਂ 6 ਮਹੀਨੇ ਦਾ ਟਾਈਮ ਦਿੱਤਾ ਵੀ 6 ਮਹੀਨੇ ਦੇ ਵਿੱਚ ਇਨਸਾਫ ਦੇਣਾ ਚਾਹੀਦਾ ਹੈ ਨਵੀਂ ਸਰਕਾਰ ਨੂੰ। ਜੇ 6 ਮਹੀਨੇ ਦੇ ਵਿੱਚ ਫਿਰ ਤੋਂ ਇਨਸਾਫ ਨਹੀਂ ਮਿਲਦਾਗਾ ਫਿਰ ਅਗਲਾ ਦੇਖੋ ਉਹ ਤਾਂ ਹੁਣ ਸਿੱਖ ਜਥੇਬੰਦੀਆਂ ਨੇ, ਦੇਖੋ ਸਾਡਾ ਕੀ ਹੁੰਦਾ ਵਾ, ਮੈਨੂੰ ਪਿਛਲੀ ਵਾਰ ਵੀ ਲੋਕਾਂ ਨੂੰ ਗਲਤਫਹਿਮੀ ਹੋ ਗਈ ਸੀ। ਮੈਂ ਇਨਸਾਫ ਦੀ ਲੜਾਈ ਲੜਨ ਆਇਆ ਸੀਗਾ। ਮੈਂ ਕੋਈ ਇਹਨੂੰ ਕਈ ਵਾਰੀ ਕੁਝ ਲੋਕ ਧਰਮ ਦਾ ਰੰਗਤ ਦਿੰਦੇ ਨੇ। ਦੇਖੋ ਜੇ ਗੁਰੂ ਗ੍ਰੰਥ ਸਾਹਿਬ ਆ, ਇਟ ਇਜ਼ ਇਹ ਮੈਨੂੰ ਇੱਕ ਵਾਰੀ ਨਾ ਪੀਵੀ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਸੀਗੇ ਉਦੋਂ ਇੰਡੀਆ ਦੇ, ਤੇ ਈਰਾਨ ਦੇ ਰਾਸ਼ਟਰਪਤੀ ਆਏ ਸੀ ਰਫਸਨਜਾਨੀ। ਉਹਨੇ ਪੁੱਛਿਆ ਕਿ ਇਹ ਸਿੱਖ ਤੇ ਗੁਰੂ ਗ੍ਰੰਥ ਸਾਹਿਬ ਕੀ ਚੀਜ਼ ਹੈ, ਔਰ ਮੈਨੂੰ ਯਾਦ ਆ ਪੀਵੀ ਨਰਸਿਮਹਾ ਰਾਓ ਦਾ ਬਿਆਨ ਸੀਗਾ ਕਿ ਅਗਰ ਸਾਰੀ ਦੁਨੀਆ ਦੇ ਧਰਮਾਂ ਦਾ ਨਿਚੋੜ ਕੱਢਿਆ ਜਾਵੇ, ਇੱਕ ਨਿਚੋੜ ਉਹ ਗੁਰੂ ਗ੍ਰੰਥ ਸਾਹਿਬ ਹੈ। ਇਟ ਇਜ਼ ਦੈਟ ਸੌਰਟ ਆਫ ਏ ਇੰਨਾ ਇਹਦੇ 'ਚ ਇੰਨਾ ਧਰਮ ਦੇ ਬਾਰੇ ਤੇ ਇਨਸਾਨੀਅਤ ਬਾਰੇ ਲਿਖਿਆ ਗਿਆ। ਸੋ ਸਾਡੀ ਇਹ ਲੜਾਈ ਧਰਮ ਦੀ ਨਹੀਂ ਗਈ, ਇਹ ਕੱਲ੍ਹ ਨੂੰ ਕਿਸੇ ਹੋਰ ਧਰਮ ਦਾ ਵੀ ਹੋ ਸਕਦਾ। ਵੀ ਵਿਲ ਡਿਫੈਂਡ ਦੈਟ ਆਲਸੋ। ਸੋ ਔਰ ਦੂਜੀ ਜਿਹੜੀ ਲੜਾਈ ਆ ਉਹ ਸਿੱਧਾ ਇਨਸਾਫ ਦੀ ਲੜਾਈ ਆ, ਪਹਿਲਾਂ ਵੀ ਲੜੀ ਆ ਤੇ ਗਾਂ ਵੀ ਲੜਾਂਗੇ। ਖਹਿਰਾ ਸਾਹਿਬ ਔਰ ਜਿਹੜਾ ਮੇਰੇ ਤੇ ਮੁਕੱਦਮੇਬਾਜ਼ੀ ਹੋਈ ਆ, ਇਹ ਵਨ ਆਫ ਦ ਰੀਜ਼ਨਸ ਇਹੀ ਨੇ। ਜੋ ਕੁਝ ਮੈਂ ਲੜਿਆ, ਜੋ ਈਡੀ ਨੇ ਮੁਕੱਦਮੇ, ਬੀਜੇਪੀ ਨੇ ਜਿਹੜੇ ਮੇਰੇ ਤੇ ਝੂਠੇ ਮੁਕੱਦਮੇ ਬਣਾਏ ਨੇ, ਉਹਦੇ ਵਿੱਚ ਇਹ ਸਾਰੀਆਂ ਲੜਾਈਆਂ ਨੇ। ਜਦੋਂ ਮੈਂ ਕਿਸਾਨ ਅੰਦੋਲਨ ਵਿੱਚ ਉਹ ਨਵਰੀਤ ਡਿਪਟੀਪੇ ਦੀ ਲੜਾਈ ਲੜਦਾ ਸੀ, ਜਦੋਂ ਮੈਂ ਯੂਆਪਾ ਦੇ ਕੇਸਿਸ ਦੀ ਲੜਾਈ ਲੜਦਾ ਸੀ, ਤੁਹਾਡੇ ਇੱਥੇ ਮਾਨਸਾ ਅਕਲੀਆ ਪਿੰਡ ਆ, ਉੱਥੇ ਪਹੁੰਚਿਆ ਸੀ ਮੈਂ। ਇੱਕ ਮੁੰਡਾ ਲਵਪ੍ਰੀਤ ਉੱਥੋਂ ਦਾ ਸੀ, ਕੈਥਲ ਦਾ, ਸ਼ਾਦੀਪੁਰ ਪਿੰਡ ਹਰਿਆਣੇ ਦਾ ਸੀ, ਮੈਂ ਉੱਥੇ ਵੀ ਗਿਆ ਸੀਗਾ। ਰਾਜਪੁਰੇ ਦੇ ਲਾਗੇ ਸੇਰਾ ਪਿੰਡ ਸੀ, ਮੈਂ ਉੱਥੇ ਗਿਆ ਸੀ। ਆਪਣੇ ਇਲਾਕੇ ਦਾ ਭਲੱਥ ਦਾ ਇੱਕ ਆਦਮੀ ਛਡਾਇਆ ਸੀਗਾ। ਵੈਨ ਯੂ ਫਾਈਟ ਥੀਸ ਡਰਕੋਨੀਅਨ ਲਾਜ਼, ਗਵਰਨਮੈਂਟ ਆਫ ਇੰਡੀਆ ਐਂਡ ਇਟਸ ਏਜੰਸੀਜ਼ ਦੇ ਗੈਟ ਅਪਸੈਟ ਵਿਦ ਯੂ ਐਂਡ ਦੇ ਟਾਰਗੇਟ ਯੂ ਦੇਨ। ਮੈਨੂੰ ਬਕਾਇਦਾ ਤੌਰ ਤੇ ਮਿੱਥ ਕੇ ਨਿਸ਼ਾਨਾ ਬਣਾ ਕੇ, ਕਿਉਂਕਿ ਈਡੀ ਦਾ ਕੰਮ ਤਾਂ ਹੈਗਾ ਮਨੀ ਲਾਂਡਰਿੰਗ ਤੇ ਇਕਨੋਮਿਕ ਆਫੈਂਸਿਸ। ਮੈਂ ਤਾਂ ਕਦੀ ਸਾਰੀ ਜ਼ਿੰਦਗੀ 'ਚ ਇੱਕ ਨਵੇਂ ਪੈਸੇ ਦੀ ਗਲਤ ਕੰਮ ਨਹੀਂ ਕੀਤਾ, ਨਾ ਮੇਰੇ ਘਰ ਰੇਡ ਹੋਏ ਨੇ। ਇੱਕ ਨਵਾਂ ਇੱਕ ਪੈਸਾ ਕੈਸ਼ ਨਹੀਂ ਮਿਲਿਆ, ਕੋਈ ਜੁਐਲਰੀ ਨਹੀਂ ਮਿਲੀ, ਕੋਈ ਡਾਕੂਮੈਂਟ ਜਿਹਦਾ ਕੋਈ ਇਲ ਗੋਟਨ ਪ੍ਰਾਪਰਟੀ ਦੇ ਹੋਣ ਉਹ ਨਹੀਂ ਮਿਲੇ। ਦੇਅਰਫੋਰ ਜੋ ਅਸੀਂ ਪਿਛਲੇ ਸਮੇਂ 'ਚ ਲੜਾਈਆਂ ਲੜੀਆਂ, ਇਹ ਉਹਦਾ ਸਿੱਟਾ ਸੀਗਾ ਜੋ ਮੇਰੇ ਤੇ ਝੂਠੇ ਕੇਸ ਬਣਾਏ। ਖਹਿਰਾ ਸਾਹਿਬ but that does not deter us, not me, it doesn't deter us। ਅਸੀਂ ਲੜਾਈ ਜਿਹੜੀ ਆ ਇਦਾਂ ਹੀ ਬੇਇਨਸਾਫੀ ਦੇ ਖਿਲਾਫ ਲੜਦੇ ਹਾਂ। ਅਕਾਲੀ ਭਾਜਪਾ ਸਰਕਾਰ ਸਮੇਂ ਗੋਲੀ ਚੱਲੀ ਸੀ, ਤੁਸੀਂ ਉਹਨਾਂ ਦੇ ਬਾਈ ਨੇਮ ਕਿਹਾ, ਚਾਹੇ ਕੋਈ ਵੀ ਇਨਵੋਲਵ ਹੋਵੇ। ਸੁਮੇਧ ਸੈਣੀ ਉਦੋਂ ਡੀਜੀਪੀ ਸੀ, ਤੁਸੀਂ ਚਾਹੋਗੇ ਕਿ ਉਹਨਾਂ ਤੇ ਵੀ ਸਖਤ ਨਹੀਂ, ਸੈਣੀ ਦਾ ਤਾਂ ਰੋਲ ਆ ਚੁੱਕਾ ਹੋਇਆ ਵਾ। ਸੈਣੀ ਦਾ ਰੋਲ ਤੁਸੀਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੜ੍ਹੋ। ਉਹਨੇ ਐਫੀਡੇਵਿਟ ਫਾਈਲ ਕੀਤਾ ਕਮਿਸ਼ਨ ਦੇ ਮੂਹਰੇ ਕਿ 14 ਅਕਤੂਬਰ ਦੇ ਤੜਕੇ 2 ਵਜੇ ਪ੍ਰਕਾਸ਼ ਸਿੰਘ ਬਾਦਲ ਦਾ ਮੈਨੂੰ ਟੈਲੀਫੋਨ ਆਇਆ ਸੀ। ਕਿਹੜਾ ਨੋਰਮਲ ਕੋਰਸ ਵਿੱਚ ਕੌਣ ਰਾਤ 2 ਵਜੇ ਚੀਫ ਮਿਨਿਸਟਰ ਕਾਲ ਕਰਦਾ, ਔਰ ਉਦੋਂ ਹੀ ਗੋਲੀ ਚੱਲ ਜਾਂਦੀ। ਸਵੇਰੇ ਪਹਿਲਾਂ ਲਾਠੀ ਚਾਰਜ ਹੁੰਦਾ, ਗੋਲੀ ਚੱਲਦੀ ਆ ਕੋਟਕਪੂਰੇ, ਤੇ ਮੁੜ ਕੇ 9 ਵਜੇ ਉਹਨੂੰ ਮੇਰੇ ਖਿਆਲ ਉਹ ਤੋਂ ਪਹਿਲਾਂ ਬਾਈਬਲ ਕਰਾਂ ਚੱਲ ਜਾਂਦੀ ਆ। ਸੋ ਉਹਦੀ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਐਂਡ ਉਹਦੀ ਜਿਹੜੀ ਅਰੈਸਟ, ਹੀ ਇਜ਼ ਅ ਕਲਪਰੇਟ ਐਬਸੋਲੂਟਲੀ, ਬਿਕੋਜ਼ ਉਹਦੇ ਤੋਂ ਬਾਅਦ ਡੀਸੀ ਫਰੀਦਕੋਟ ਨੂੰ ਮਨਤਾਰ ਬਰਾੜ ਦੇ ਫੋਨ ਦੇ ਜ਼ਰੀਏ ਸ਼ਾਇਦ ਗੱਲਾਂ ਕੀਤੀਆਂ ਉਹਨਾਂ ਨੇ ਡੀਜੀਪੀ ਦੇ ਨਾਲ। ਡੀਸੀ ਫਰੀਦਕੋਟ ਨਾਲ ਵੀ ਗੱਲ ਹੋਈ ਆ। ਡੀਸੀ ਫਰੀਦਕੋਟ ਨੂੰ ਇੱਕ ਯਕੀਨ ਦਿਵਾਇਆ ਸੈਣੀ ਨੇ ਕਿ ਅਸੀਂ 2 ਮਿੰਟਾਂ 'ਚ ਚੌਂਕ ਖਾਲੀ ਕਰਾ ਦੇਵਾਂਗੇ। what did that mean? That meant ਕਿ ਅਸੀਂ ਐਕਸੈਸਿਵ ਯੂਜ਼ ਆਫ ਫੋਰਸ ਕਰਾਂਗੇ। ਲਾਠੀਆਂ ਮਾਰੀਆਂ, ਗੋਲੀ ਮਾਰੀ। ਸ਼ਾਇਦ ਅਜੀਤ ਸਿੰਘ ਬੰਦਾ ਸੀ ਜ਼ਖਮੀ ਹੋਇਆ, ਗੋਲੀ ਲੱਗੀ ਉਹਦੇ, ਪਰਚਾ ਬਾਅਦ 'ਚ ਦਰਜ ਹੁਣ ਹੋਇਆ ਵਾ ਪਿੱਛੇ ਰੀਸੈਂਟਲੀ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ। ਸੋ ਦੇਅਰਫੋਰ ਇਹ ਜਿਹੜੇ ਵੀ ਗੁਨਾਹਗਾਰ ਨੇ ਉਹਨਾਂ ਨੂੰ ਸਜ਼ਾ ਅਵਸ਼ ਮਿਲੇ। ਤੁਹਾਡੀ ਜਿਹੜੀ ਕਾਂਗਰਸ ਦੀ ਜਿਹੜੀ ਹਾਰ ਹੋਈ ਹੈ, ਇਹਨੂੰ ਕਿਹਨੂੰ ਮੰਨਦੇ ਹੋ? ਆਪਾਂ ਅੱਜ ਦੇ ਇਸ ਟੌਪਿਕ ਤੇ ਰੱਖ ਲਈਏ ਤਾਂ ਬੈਟਰ ਰਹੂਗਾ। ਅਦਰਵਾਈਜ਼ ਸੰਖੇਪ ਤੌਰ ਤੇ ਮੈਂ ਕਹਿ ਸਕਦਾ ਕਿ ਟੂ ਮਚ ਆਫ ਇਨਫਾਈਟਿੰਗ। ਡੇਰਾ ਪ੍ਰੇਮੀ ਜਿਹੜੇ ਨਾਮਜ਼ਦ ਕੀਤੇ ਸੀਗੇ ਉਹ ਅੱਜ ਜ਼ਮਾਨਤਾਂ ਤੇ ਬਾਹਰ ਹੈ। ਫਿਰ ਹੁਣ ਜਿਹੜੀ ਨਵੀਂ ਸਰਕਾਰ ਹੈ ਕਿਸ ਤਰੀਕੇ ਦੇ ਨਾਲ? ਦੇਖੋ ਹੁਣ ਇਹ ਤਾਂ ਹੁਣ ਸਰਕਾਰ, ਬਿਕੋਜ਼ ਜਦੋਂ ਤੁਸੀਂ ਇੱਕ ਮੰਗ ਕਰ ਰਹੇ ਸੀਗੇ ਆਮ ਆਦਮੀ, ਭਗਵੰਤ ਮਾਨ ਦੀ ਸਟੇਟਮੈਂਟਸ ਕੱਢ ਲਓ ਤੁਸੀਂ, ਦੇ ਆਲਸੋ ਸੈਟ ਕੇ ਕਲਪਰੇਟ ਜਿਹਦਾ ਅਸੀਂ ਕਹਿ ਰਹੇ ਹਾਂ। ਹੁਣ ਨਾਓ ਦੇ ਆਰ ਇਨ ਦ ਪਾਵਰ, ਦੇ ਹੈਵ ਦ ਲੀਵਰਸ ਆਫ ਦ ਪਾਵਰ। ਗਵਰਨਮੈਂਟ ਦੇ ਕੋਲ ਸਭ ਕੁਝ ਹੁੰਦਾ ਵਾ। ਦੁਬਾਰਾ ਸਪਲੀਮੈਂਟਰੀ ਚਲਾਨ ਪੇਸ਼ ਕਰ ਦੇਣ, ਦੁਬਾਰਾ ਨਾਮਜ਼ਦ ਕਰ ਦੇਣ। ਸਪਲੀਮੈਂਟਰੀ ਚਲਾਨ ਜਦੋਂ ਮਰਜ਼ੀ ਅਦਾਲਤ ਪੇਸ਼ ਕੀਤਾ ਜਾਂਦਾ। ਪੁਲਿਸ ਕੋਲ ਇਨਵੈਸਟੀਗੇਸ਼ਨ ਤੇ ਕਦੀ ਕੋਈ ਬਾਹਰ ਨਹੀਂ ਗਈ। ਕਿਸੇ ਕੋਰਟ ਨੇ ਅੱਜ ਤੱਕ ਕੋਈ ਇਨਵੈਸਟੀਗੇਸ਼ਨ ਆਨਗੋਇੰਗ ਨਹੀਂ ਰੁਕੀ।
और एक SIT फ्रेश बनी हुई है, लेट दैट कंप्लीट इट्स इन्वेस्टिगेशन विद इन अ टाइम बाउंड फ्रेम एंड गेट द कल्प्रिट्स अरेस्टेड। ਖਹਿਰਾ ਸਾਹਿਬ ਸਾਹਿਬ ਤੁਸੀਂ ਤੁਸੀਂ ਬੋਲਣ ਬੋਲਣ ਲੱਗੇ ਲੱਗੇ ਕੁਛ ਗਵਰਨਮੈਂਟ ਸਰਕਾਰ ਕੋਲ ਬਾਰੇ? ਸਭ ਕੁਝ ਹੁੰਦਾ ਹੈ, ਪਰ ਪਿਛਲੇ ਜਿਹੜੀ 5 ਸਾਲ ਪੰਜਾਬ ਕਾਂਗਰਸ ਦੀ ਸਰਕਾਰ ਰਹੀ, ਤੁਹਾਨੂੰ ਨਹੀਂ ਮਨ ਲੱਗਦਾ ਵੀ ਇਸ ਕੰਮ ਦੇ ਵਿੱਚ ਕਾਂਗਰਸ मैं तो कह रहा हाँ देरी हुई है, जे अगर नहीं, कांग्रेस साबित अज हुई। जे कांग्रेस अज हारी है पंजाब च, दिस इज वन ऑफ द रीजनस। ਸੁੱਖੀ ਸਾਹਿਬ ਜਦੋਂ ਤੁਸੀਂ ਜਦੋਂ ਤੁਸੀਂ ਕੋਈ ਕਮਿਟਮੈਂਟ ਕਰਦੇ ਹੋ ਲੋਕਾਂ ਨਾਲ, ਜਿੱਦਾਂ ਕੈਪਟਨ ਸਾਹਿਬ ਨੇ ਡਰੱਗਸ ਦੀ ਗੱਲ ਕੀਤੀ ਸੀਗੀ, ਤਾਂ ਫਿਰ ਉਹਦਾ ਰਿਫਲੈਕਸ਼ਨ ਤਾਂ ਪੈਣੀ ਜਦੋਂ ਅਸੀਂ ਪੂਰਾ ਨਹੀਂ ਕਰ ਉਹਦੇ ਨਾਲ ਚੰਗਾ ਤਾਂ ਵਾਅਦੇ ਘੱਟ ਕਰ ਲਓ। ਸਾਰਾ ਮੁਫਤਖੋਰੀ ਚ ਪਾਈ ਜਾਂਦੇ ਸਾਰੀ ਸਟੇਟ ਨੂੰ, ਘੱਟ ਕਰ ਲਓ, ਜੈਨੂਅਨ ਗੱਲ ਕਰ ਲਓ, ਉਨੀ ਕਰ ਲਓ ਜਿੰਨੀ ਕਰ ਸਕਦੇ ਆ। ਸੋ ਬੇਅਦਬੀ ਜਿਹੜਾ ਹੈਗਾ ਇੱਕ ਬੜਾ ਵੱਡਾ ਮਸਲਾ ਸੀਗਾ। ਆਓ ਕਮਲਜੀਤ ਜੀ ਬਰਾੜ ਸਾਹਿਬ ਆ ਜਾਓ। ਇਹ ਬੜਾ ਵੱਡਾ ਮਸਲਾ ਸੀਗਾ ਇੱਕ, ਇਹਨੂੰ ਅੰਜਾਮ ਤੱਕ ਲਿਜਾਣਾ ਬਹੁਤ ਜ਼ਰੂਰੀ। ਦਿਸ ਇਜ਼ ਇਰਰਿਸਪੈਕਟਿਵ ਆਫ ਪਾਰਟੀ ਅਫੇਅਰਸ, ਇਰਰਿਸਪੈਕਟਿਵ ਆਫ ਗਵਰਨਮੈਂਟ ਟੂ, ਕੌਣ ਕਿਹਦੀ ਸਰਕਾਰ ਆ। ਅਕਸਰ ਜਿਹਦੀ ਸਰਕਾਰ ਹੈ ਅੱਜ ਦੀ ਡੇਟ 'ਚ ਉਸਨੇ ਅਲਟੀਮੇਟਲੀ ਅੰਜਾਮ ਦੇਣਾ। ਔਰ ਉਹ ਮੁੱਦੇ ਹੀ ਨੇ ਸਾਰੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਮੇਤ ਇਸੇ ਬਰਗਾੜੀ ਦੇ ਇਕੱਠ ਵਿੱਚ ਮੱਥਾ ਟੇਕ ਕੇ ਗਏ ਨੇ, ਉੱਥੇ ਤਕਰੀਰਾਂ ਕਰਕੇ ਐਲਾਨ ਕਰਕੇ ਗਏ ਨੇ ਕਿ ਅਸੀਂ ਇਨਸਾਫ ਦੀ ਲੜਾਈ ਲੜਾਂਗੇ, ਤੇ ਹੁਣ ਤਾਂ ਆਪਣੇ ਕੋਲ ਸਰਕਾਰ ਬਣ ਗਈ ਹੈਗੀ ਹੈ। ਸੋ ਵੀ ਐਕਸਪੈਕਟ ਅਕਾਲੀ ਸਰਕਾਰ ਨੇ ਵੀ ਕਾਂਗਰਸ ਸਰਕਾਰ ਨੇ ਵੀ ਕਿਹਾ ਸੀ ਬੇਅਦਬੀ ਦੇ ਮਾਮਲੇ ਤੇ ਕਾਨੂੰਨ ਬਣਾਇਆ ਜਾਊਗਾ, ਵੀ 295 ਹੀ ਨਹੀਂ ਬਲਕਿ ਸਖਤ ਕਾਨੂੰਨ ਬਣਾਇਆ ਜਾਊਗਾ, ਤੇ ਇਹ ਸਰਕਾਰ ਚਾਸ ਕਰਦੇ ਸਿੱਖ। ਦੇਖੋ ਕਾਨੂੰਨ ਜਿਹੜਾ ਜਿੰਨੇ ਮਰਜ਼ੀ ਸਖਤ ਬਣਾਏ ਚਲੋ, ਜੇ ਉਹਦੀ ਇੰਪਲੀਮੈਂਟੇਸ਼ਨ ਨਹੀਂ ਹੋਣੀ ਤਾਂ ਉਹਦਾ ਜ਼ੀਰੋ ਕਾਨੂੰਨ ਹੈ। ਕਾਨੂੰਨ ਤਾਂ ਸਾਨੂੰ ਜੇ 295A ਇਫੈਕਟਿਵਲੀ ਤੁਸੀਂ ਕਰਕੇ ਟਰਾਇਲ ਕਰ ਦਿਓ, ਇਹਦੇ 'ਚ ਬਥੇਰੀ ਸਜ਼ਾ ਹੈਗੀ ਆ। ਬਟ ਐਨੀਵੇਜ਼ ਤੁਸੀਂ ਸੁਪਰੀਮ ਕੋਰਟ ਜਾਂ ਸ਼ਾਇਦ ਹਾਈ ਕੋਰਟ ਨੇ ਆਲਰੇਡੀ ਰੂਲ ਆਊਟ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਇਜ਼ ਅ ਲਿਵਿੰਗ ਹਿਊਮਨ ਬੀਇੰਗ, ਯੂ ਨੋ, ਐਂਡ ਕਿਸੇ ਬੇਅਦਬੀ ਇਟ ਅਮਾਊਂਟਸ ਟੂ ਮਰਡਰ। ਸੋ ਦੇਅਰਫੋਰ 302 ਦਾ ਚਾਰਜ ਵੀ ਲੱਗ ਸਕਦਾ ਹੈ ਇਸ ਮਸਲੇ ਦੇ ਵਿੱਚ, ਕੋਈ ਰੋਕਦਾ ਹੀ ਨਹੀਂ ਗਾ ਬਿਲਕੁਲ। ਠੀਕ ਹੈ ਜੀ।